जय हिंद दोस्तों, तुसी देख रहे हो 7C न्यूज़। 7C न्यूज़ की कोशिश रहिंदी है कि ਤੁਹਾਨੂੰ हर उस चीज़ तो जाणू करवाया जाए जो ਤੁਹਾਡੇ ਲਈ ਜ਼ਰੂਰੀ है कि ਕਿਹੜੀ चीज़ ਤੁਹਾਨੂੰ पता होनी चाहिए है। वो कोई भी मुद्दा है या कोई भी बयानबाजी होंदी है देश दे विच, वो क्यों हो रही है, किस तरह हो रही है, की ਉਹਦੇ फायदे होणगे, की नुकसान होणगे, ਉਹ ਚੀਜ਼ਾਂ ਤੁਹਾਨੂੰ 7C ਨਿਊਜ਼ ਚਾਹੁੰਦਾ ਕਿ ਹਰ ਵਾਰ ਤੁਹਾਨੂੰ ਉਸ ਦੇ ਨਾਲ ਜਾਣੂ ਕਰਵਾਇਆ ਜਾਏ। ਇਸੇ ਤਰ੍ਹਾਂ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ। ਦੇਸ਼ ਦੇ ਹਾਲਾਤਾਂ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸਲ 'ਚ ਕੀ ਹੋ ਰਿਹਾ ਹੈ ਔਰ ਦਿਖਾਇਆ ਕੀ ਜਾ ਰਿਹਾ ਹੈ। ਤੇ ਇਸੇ ਲਈ ਸਾਡੇ ਨਾਲ IDF ਦੇ ਜਿਹੜੇ ਅਧਿਅਕਸ਼ ਨੇ ਸਮਰਾਟ ਖੋਸਲਾ, ਔਰ ਉਹ BSF ਤੋਂ ਡਿਪਟੀ ਕਮਾਂਡੈਂਟ ਵੀ ਰਿਟਾਇਰ ਹੋਏ ਨੇ ਔਰ ਵੀ ਕਾਫੀ ਫੋਰਸਿਸ ਦੇ ਵਿੱਚ ਆਪਣੀ ਸੇਵਾ ਦੇ ਚੁੱਕੇ ਆ ਔਰ ਦੇਸ਼ ਨੂੰ ਇਸ ਵੇਲੇ ਦੇਸ਼ ਦੇ ਹਾਲਾਤਾਂ ਦੇ ਉੱਤੇ ਉਹਨਾਂ ਤੋਂ ਵੱਧ ਅੱਛੀ ਜਿਹੜੀ ਸੋਚ ਹੈ। ਜੇ ਗੱਲ ਪਠਾਨਕੋਟ ਦੀ ਕਰੀਏ ਤੇ ਕੋਈ ਨਹੀਂ ਰੱਖ ਸਕਦਾ। ਇਸ ਲਈ ਸਾਡੇ ਨਾਲ ਅੱਜ ਉਹ ਜੁੜੇ ਨੇ, ਉਹਨਾਂ ਨਾਲ ਗੱਲ ਕਰਾਂਗੇ ਕਿ ਮੌਜੂਦਾ ਜਿਹੜੇ ਦੇਸ਼ ਦੇ ਹਾਲਾਤ ਹੈ ਇਸ ਵੇਲੇ ਉਹ ਕਿੱਧਰ ਨੂੰ ਜਾ ਰਹੇ ਨੇ ਤੇ ਕੀ ਹਾਲਾਤ ਹੈ ਇਸ ਵੇਲੇ ਦੇਸ਼ ਦੇ। ਸਮਰਾਟ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਪ੍ਰੋਗਰਾਮ 'ਚ ਆਏ। ਜੈ ਹਿੰਦ ਸਾਰੇ ਦਰਸ਼ਕਾਂ ਨੂੰ। ਸਮਰਾਟ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ IDF ਕੀ ਹੈ ਜਿਸ ਦੇ ਤੁਸੀਂ ਅਧਿਅਕਸ਼ ਹੋ। ਪਹਿਲਾਂ ਤੇ IDF ਇੰਡੀਅਨ ਡਿਵੈਲਪਮੈਂਟ ਫਰੰਟ ਇਹ ਇੱਕ ਆਰਗੇਨਾਈਜੇਸ਼ਨ ਤੋਂ ਜ਼ਿਆਦਾ ਇੱਕ ਸੋਚ ਹੈ। ਜਿੱਦਾਂ ਨਾਮ ਸੁਜੈਸਟ ਕਰਦਾ ਹੈ, ਇੰਡੀਅਨ ਡਿਵੈਲਪਮੈਂਟ ਫਰੰਟ ਆਰ ਕੋਰ ਵੈਲਿਊਜ਼ ਐਂਡ ਸੋਲ ਵੈਲਿਊਜ਼ ਆਰ ਡਿਵੈਲਪਮੈਂਟ। ਕੋਈ ਵੀ ਕੰਟਰੀ ਦੀ ਤਰੱਕੀ ਜਾਂ ਕੋਈ ਵੀ ਕੰਟਰੀ ਦੀ ਗਰੋਥ ਉਦੋਂ ਤੱਕ ਨਹੀਂ ਹੋ ਸਕਦੀ ਜਦ ਤੱਕ ਉਸ ਕੰਟਰੀ ਦੇ ਕਲਚਰ 'ਚ ਡਿਵੈਲਪਮੈਂਟਲ ਵੈਲਿਊਜ਼ ਨਹੀਂ ਹੁੰਦੀਆਂ। ਸੋ ਵੀ ਆਰ ਟੋਟਲੀ ਫੋਕਸਡ ਔਨ ਇਟ। ਸਾਡਾ ਇਹੀ ਇੱਕ ਟਾਰਗੇਟ ਹੈ ਕਿ ਸਾਡੀ ਪਬਲਿਕ ਦੀ ਸੋਚ ਇੱਕ ਫਿਊਡਲ ਮਾਈਂਡਸੈਟ ਤੋਂ ਡਿਵੈਲਪਮੈਂਟਲ ਮਾਈਂਡਸੈਟ ਵੱਲ ਲੈ ਕੇ ਜਾਈ ਜਾਵੇ। ਜੀ ਸਰ, ਡਿਵੈਲਪਮੈਂਟ ਦੀ ਤੁਸੀਂ ਗੱਲ ਕੀਤੀ ਹੈ, ਦੇਸ਼ ਦੇ ਵਿੱਚ ਕੰਮ ਹੋ ਵੀ ਰਹੇ ਨੇ ਔਰ ਲੋਕਾਂ ਨੂੰ ਸਹੂਲਤਾਂ ਮਿਲ ਵੀ ਰਹੀਆਂ ਨੇ। ਖਾਸ ਨਹੀਂ ਮਿਲ ਰਹੀਆਂ ਪਰ ਚਲੋ ਥੋੜ੍ਹੀ ਬਹੁਤ ਮਿਲ ਰਹੀਆਂ। ਪਰ ਇਸ ਵੇਲੇ ਜੇ ਗੱਲ ਕਰੀਏ ਆਪਾਂ ਪੰਜਾਬ ਲੈਵਲ ਦੀ, ਜੇ ਗੱਲ ਕਰੀਏ ਤਾਂ ਪੰਜਾਬ ਲੈਵਲ ਦੇ ਵਿੱਚ ਸਾਡੀ ਜਿਹੜੀ ਡਿਵੈਲਪਮੈਂਟ ਹੈ ਉਹਦੇ ਵਿੱਚ ਕਿੱਥੇ ਰੁਕਾਵਟ ਆ ਰਹੀ ਹੈ ਔਰ ਕਿਸ ਚੀਜ਼ ਤੋਂ ਰੁਕਾਵਟ ਆ ਰਹੀ ਹੈ? ਦੇਖੋ ਜੀ, ਡੈਫੀਨੇਟਲੀ ਡਿਵੈਲਪਮੈਂਟ ਹੋਈ ਹੈ। ਜੇ ਕਿਸੇ ਤੁਸੀਂ ਬਜ਼ੁਰਗ ਨੂੰ ਪੁੱਛੋਗੇ ਉਹ ਇਹੀ ਕਹੇਗਾ ਵੀ ਸਾਡੇ ਜ਼ਮਾਨੇ ਦੇ ਵਿੱਚ ਬੱਸਾਂ ਨਹੀਂ ਸੀ ਹੁੰਦੀਆਂ, ਅੱਜ ਬੱਸਾਂ AC ਹੋ ਗਈਆਂ। ਕਹੇਗਾ ਵੀ ਸਾਡੇ ਜ਼ਮਾਨੇ 'ਚ 에ਅਰਪੋਰਟਸ ਨਹੀਂ ਸੀ ਹੁੰਦੇ ਤੇ ਅੱਜ 에ਅਰਪੋਰਟਸ ਹੋ ਗਏ ਨੇ, 에ਅਰ ਕਨੈਕਟੀਵਿਟੀ ਹੋ ਗਈ ਹੈ। ਪਰ ਡਿਵੈਲਪਮੈਂਟ ਇਜ਼ ਨਾਟ ਅ ਰਿਲੇਟਿਵ ਟਰਮ। ਅੱਜ ਅਸੀਂ ਪੁਰਾਣੇ ਟਾਈਮ ਤੋਂ ਲੈ ਕੇ ਕੰਪੈਰੀਜ਼ਨਸ ਨਾ ਕਰੀਏ, ਅੱਜ ਅਸੀਂ ਵਰਲਡ ਨਾਲ ਕੰਪੀਟ ਕਰੀਏ। ਸੋ ਡਿਵੈਲਪਮੈਂਟ ਇਜ਼ ਅ ਟਰਮ ਵਿਚ ਹੈਜ਼ ਇਟਸ ਓਨ ਇੰਪੋਰਟੈਂਸ। ਤੁਸੀਂ ਅੱਜ ਇਹ ਗੱਲ ਕਰੋਗੇ ਕਿ ਇੱਕ ਕੰਟਰੀ ਦੇ ਵਿੱਚ 5th ਜਨਰੇਸ਼ਨ ਫਾਈਟਰ ਜੈਟਸ ਬਣਾਏ ਜਾ ਰਹੇ ਨੇ ਤੇ ਸਾਡੇ ਕੰਟਰੀ ਦੇ ਵਿੱਚ ਅਸੀਂ ਅੱਜ ਵੀ ਉਹ 3rd ਜਨਰੇਸ਼ਨ ਫਾਈਟਰ ਜੈਟਸ ਦੇ ਐਕਸਪੈਰੀਮੈਂਟਸ ਕਰ ਰਹੇ ਹਾਂ। ਸੋ ਸਮਵੇਅਰ ਡਾਊਨ ਦ ਲਾਈਨ ਮੈਂ ਇਹੀ ਕਹਿਣਾ ਚਾਹਾਂਗਾ ਕਿ ਡਿਵੈਲਪਮੈਂਟ ਹਮੇਸ਼ਾ ਇੱਕ ਸਮੇਂ ਦੇ ਨਾਲ ਚੱਲਣ ਵਾਲੀ ਜਿਹੜੀ ਹੈ ਉਹ ਸੋਚ ਨਾਲ ਹੀ ਹੋ ਸਕਦੀ ਹੈ। ਜਿੱਥੇ ਤੱਕ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੀ ਜਾਂ ਕੰਟਰੀ ਦੇ ਹਾਲਾਤਾਂ ਦੀ, ਤੇ ਟਾਈਮ ਟੂ ਟਾਈਮ ਅਸੀਂ ਵੀ ਦੇਖਦੇ ਕਦੇ ਪ੍ਰੋਬਲਮਸ ਆਈਆਂ। ਨਾਰਥ ਈਸਟ ਦੇ ਵਿੱਚ ਵੀ ਪ੍ਰੋਬਲਮ ਸੀਗੀਆਂ, ਤੁਸੀਂ ਦੇਖ ਸਕਦੇ ਹੋ। ਨੈਕਸਲ ਪ੍ਰੋਬਲਮ ਹੈਗੀ ਹੈ। ਅੱਜ ਪੰਜਾਬ ਦੇ ਵਿੱਚ ਹੈ ਇੱਕ ਸੈਸੈਸ਼ਨਿਸਟ ਮੂਵਮੈਂਟ ਚੱਲ ਰਹੀ ਹੈ ਜਿਹਦੇ ਰੈਫਰੈਂਡਮ 2020 ਦੇ ਨਾਂ ਨਾਲ। ਇਹਦੇ ਪਿੱਛੇ ਤੁਹਾਡੇ ਮਾਧਿਅਮ ਨਾਲ ਵੀ ਮੈਂ ਦੱਸਣਾ ਚਾਹਾਂਗਾ ਵੀ ਇਹ ਸਿਰਫ ਸਾਡੀ ਸਟੇਟ ਦੀ ਪ੍ਰੋਬਲਮ ਨਹੀਂ ਹੈ, ਇੰਟਰਨੈਸ਼ਨਲ ਫੋਰਸਿਸ ਕੰਮ ਕਰਦੀਆਂ ਤੇ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਤਗੜੇ ਹੋਣਾ ਪੈਣਾ, ਸਟਰੋਂਗ ਹੋਣਾ ਪੈਣਾ, ਸਟਰੋਂਗ ਮਾਈਂਡਡ ਹੋਣਾ ਪੈਣਾ। ਹੁਣ ਤੁਸੀਂ ਅੱਜ ਆਪਾਂ ਜੇ ਹਾਲਾਤਾਂ ਬਾਰੇ ਗੱਲ ਕਰੀਏ, ਰੈਫਰੈਂਡਮ 2020 ਨੂੰ ਲੈ ਕੇ ਅੱਜ ਪੰਜਾਬ ਬਹੁਤ ਗਰਮ ਹੋਇਆ ਪਿਆ ਹੈ। ਪੰਜਾਬ ਦੀ ਪੋਪੂਲੇਸ਼ਨ ਬਾਇਸਡ ਹੋਈ ਪਈ ਹੈ, ਡਿਵਾਈਡਡ ਹੋਈ ਪਈ ਹੈ। ਕੋਈ ਕੁਛ ਕਹੀ ਜਾ ਰਿਹਾ, ਕੋਈ ਕੁਛ ਕਹੀ ਜਾ ਰਿਹਾ। ਕੋਈ ਪੋਲੀਟੀਸ਼ੀਅਨਸ ਨੇ ਜਿਹੜੇ ਇਨਵੋਲਵ ਹੋ ਗਏ ਹੈ ਡਿਬੇਟਸ ਵਿੱਚ, ਕੋਈ NRIs ਨੇ। ਉਹ ਤੁਸੀਂ ਦੇਖੋਗੇ ਕਿ ਕਿਸੇ ਵੀ ਟਵੀਟ 'ਤੇ ਤੁਸੀਂ ਪੜ੍ਹ ਲਓ, ਕਿਸੇ ਵੀ ਸੋਸ਼ਲ ਮੀਡੀਆ 'ਤੇ ਤੁਸੀਂ ਕਮੈਂਟਸ ਪੜ੍ਹ ਲਓ, ਯੂ ਵਿਲ ਬੀ ਅਮੇਜ਼ਡ ਕਿ ਕੋਈ ਡਿਵੈਲਪਮੈਂਟ ਦੀ ਗੱਲ ਹੀ ਨਹੀਂ ਕਰਦਾ। ਸੋ ਮੈਂ ਇਹੀ ਕਹਿਣਾ ਚਾਹ ਰਿਹਾ ਕਿ ਅੱਜ ਸਾਡੇ ਸਮਾਜ ਨੂੰ ਇਹਨਾਂ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਹੀ ਨਹੀਂ। ਇਹਨਾਂ 'ਤੇ ਆਪਾਂ ਜੇ ਗੱਲਾਂ ਕਰਦੇ ਨਾ, ਵੀ ਆਰ ਵੇਸਟਿੰਗ ਆਰ ਟਾਈਮ ਐਂਡ IDF ਇਜ਼ ਨਾਟ ਗੋਇੰਗ ਟੂ ਟਾਕ ਅਬਾਊਟ ਐਨੀ ਆਫ ਸੱਚ ਮੈਟਰਸ। IDF ਦਾ ਜਿਹੜਾ ਟਾਰਗੇਟ ਹੈ, ਤੁਹਾਨੂੰ ਮੈਂ ਜਿੱਦਾਂ ਕਿਹਾ ਹੈ ਕਿ ਇੰਡੀਅਨ ਡਿਵੈਲਪਮੈਂਟ ਫਰੰਟ, ਵੀ ਆਰ ਹੇਅਰ ਟੂ ਕ੍ਰੀਏਟ ਐਨ এনवायरमेंट ਫॉर ਇਨੋਵੇਟਰਸ। ਵੀ ਆਰ ਹੇਅਰ ਟੂ ਕ੍ਰੀਏਟ ਐਨ এনवायरमेंट ਫॉर ਬੈਟਰ एम्प्लॉयमेंट अपॉर्चुनिटीज़। We are here to create environment for better health facilities। अच्छी health facilities, free education, right to education ਤੁਸੀਂ ਐਕਟ ਬਣਾਇਆ, ਉਹਦੇ ਬਾਰੇ ਗੱਲ ਨਹੀਂ ਕਰਦੇ। ਜੇ ਇਹੀ ਚੀਜ਼ਾਂ ਤੇ ਅੱਜ ਆਪਾਂ ਗੱਲ ਨਹੀਂ ਕਰ ਰਹੇ ਤੇ ਕੀ ਗਾਰੰਟੀ ਹੈ ਕਿ ਕੱਲ ਨੂੰ ਅਸੀਂ ਐਸੀ ਇੱਕ ਜਗ੍ਹਾ ਹੋਰ ਲੈ ਲਈਏ, ਨਵੀਂ ਲੈ ਲਈਏ, ਉੱਥੇ ਵੀ ਇਹੀ ਕਰਦੇ ਰਵਾਂਗੇ। ਤੇ ਜੇ ਲੈਣੀ ਹੈ
ਤੇ ਅੱਜ ਇਹਨਾਂ ਬਾਰੇ ਗੱਲਾਂ ਇੱਥੇ ਕਰ ਲਓ। ਕੋਈ ਵੀ ਕੰਟਰੀ ਦੀ ਡਿਵੈਲਪਮੈਂਟ, ਠੀਕ ਹੈ, ਫੇਥ ਨੂੰ, ਰਿਲੀਜਨ ਨੂੰ, ਤੁਹਾਡੀ ਕਾਸਟ ਨੂੰ, ਤੁਹਾਡੇ ਰੰਗ ਨੂੰ, ਹਰ ਪਾਸੇ ਰਿਸਪੈਕਟ ਦਿੱਤੀ ਜਾਂਦੀ ਹੈ। ਬਟ ਜਿਹੜਾ ਡਿਵੈਲਪਮੈਂਟ ਦਾ ਮਾਈਂਡਸੈਟ ਹੈ ਉਹੀ ਤੁਹਾਨੂੰ ਅੱਗੇ ਲੈ ਕੇ ਜਾ ਸਕਦਾ ਹੈ। ਮੈਂ ਵੀ ਇਹ ਕਹਿ ਰਿਹਾ ਸੀਗਾ ਕਿ ਕਿੱਥੇ ਤੇ ਅਸੀਂ ਸ਼ੁਰੂ ਕੀਤਾ ਸੀਗਾ ਕਿ ਅਸੀਂ ਚਾਂਦ ਤੇ ਚਲੇ ਗਏ, ਕਿੱਥੇ ਤੇ ਅਸੀਂ ਸ਼ੁਰੂ ਕੀਤਾ ਸੀਗਾ ਕਿ ਅਸੀਂ ਇਸਰੋ ਬਣਾ ਲਿਆ, ਕਿੱਥੇ ਤੇ ਅਸੀਂ ਸ਼ੁਰੂ ਕੀਤਾ ਸੀਗਾ ਕਿ ਅਸੀਂ ਕੰਪੀਟ ਕਰਾਂਗੇ ਜਿਹੜੀ ਵੀ ਨਵੀਂ ਟੈਕਨੋਲੋਜੀ ਆ ਰਹੀ ਆ ਉਹਦੇ ਨਾਲ, ਕਿੱਥੇ ਅਸੀਂ ਫਸ ਗਏ ਰੰਗ ਭੇਦ ਦੇ ਵਿੱਚ, ਧਰਮਾਂ ਦੇ ਵਿੱਚ ਕਹਿ ਲਓ ਕਿ ਮੇਰਾ ਧਰਮ ਬੈਸਟ ਹੈ, ਮੈਂ ਹਿੰਦੂ, ਮੈਂ ਮੁਸਲਿਮ, ਮੈਂ ਸਿੱਖ, ਮੈਂ ਈਸਾਈ। ਅੱਜ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਹਰ ਪਾਰਟੀ ਕੋਲ ਇਹ ਮੁੱਦਾ ਹੈਗਾ ਕਿ ਮੈਂ ਕਿਹੜੇ ਧਰਮ ਨੂੰ ਮੈਂ ਪ੍ਰਮੋਟ ਕਰ ਰਿਹਾ ਔਰ ਕਿਹਨੂੰ ਡਿਮੋਟ ਕਰ ਰਿਹਾ। ਕਿੱਥੇ ਰਹਿ ਗਏ ਅਸੀਂ? ਕਿੱਥੇ ਤੇ ਸਾਨੂੰ ਅੱਗੇ ਜਾਣਾ ਸੀਗਾ, ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਪਾਵਰ ਜਿਹੜੀ ਆ ਮੰਨੀ ਜਾਂਦੀ ਸੀ ਕਿ ਇੰਡੀਆ ਸਾਰਿਆਂ ਨੂੰ ਲੀਡ ਕਰੇਗਾ, ਪਰ ਅੱਜ ਅਸੀਂ ਕਿੱਥੇ ਹਾਂ? ਕਿਉਂ ਇਹ ਚੀਜ਼ਾਂ ਆਈਆਂ? ਦੇਖੋ, ਇਹਦੇ ਵਿੱਚ ਅਸੀਂ ਇੱਕ ਆਪਣੇ ਅੰਦਰ ਝਾਕੀਏ। ਜਦ ਤੱਕ ਅਸੀਂ ਆਪਣੀ ਗਲਤੀਆਂ ਨਹੀਂ ਮੰਨਦੇ ਅਸੀਂ ਠੀਕ ਨਹੀਂ ਹੋ ਸਕਦੇ। ਸਾਡੇ ਕਲਚਰਲ ਪ੍ਰੋਬਲਮਸ ਨੇ, ਉਹਨਾਂ ਨੂੰ ਸਾਨੂੰ ਐਕਸੈਪਟ ਕਰਨਾ ਚਾਹੀਦਾ ਹੈ। ਇੰਡੀਆ ਵਿੱਚ ਹਰ ਇਨਸਾਨ ਆਪਣੇ ਮਤਲਬ ਨਾਲ ਵੰਡਿਆ ਗਿਆ। ਮੈਂ ਛੋਟਾ ਜਿਹਾ ਸਵਾਲ ਕਰਦਾ, ਅੱਜ ਤੁਸੀਂ ਕਹਿੰਦੇ ਹੋ ਜੀ ਧਰਮ ਦੇ ਆਧਾਰ ਤੇ ਅਸੀਂ ਵੰਡ ਕਰ ਲਈਏ, ਕੱਲ ਨੂੰ ਤੁਸੀਂ ਜਾਤੀ ਦੇ ਆਧਾਰ ਤੇ ਵੰਡ ਕਰਨ ਦੀ ਮੰਗ ਕਰੋਗੇ, ਉਸ ਤੋਂ ਬਾਅਦ ਤੁਸੀਂ ਪ੍ਰਾਂਤ ਦੇ ਨਾਂ ਤੇ ਕਰੋਗੇ, ਉਸ ਤੋਂ ਬਾਅਦ ਤੁਸੀਂ ਰੰਗ ਭੇਦ ਤੇ ਕਰੋਗੇ। ਇਹ ਤੇ ਖਤਮ ਨਹੀਂ ਹੋਣੀਆਂ ਚੀਜ਼ਾਂ। ਕਿਆ ਸਾਨੂੰ ਇਸ ਸਮਾਜ ਨੂੰ ਇਸ ਦੀ ਲੋੜ ਹੈ? ਸਾਡੇ ਸਮਾਜ ਨੂੰ ਅੱਜ ਰਿਕੁਆਇਰਮੈਂਟ ਹੈ ਕੈਂਸਰ ਰਿਸਰਚ ਇੰਸਟੀਟਿਊਟਸ ਦੀ। ਮੈਂ ਪੁੱਛਣਾ ਚਾਹੁੰਦਾ ਵੀ ਕਿਹੜੀ ਸਟੇਟ ਐਸੀ ਹੈ, ਕਿਹੜੀ ਡਿਵੈਲਪਮੈਂਟਲ ਸਟੇਟ ਐਸੀ ਹੈ ਜਾਂ ਕਿਹੜੇ ਬੁੱਧੀਜੀਵੀ ਲੋਕ ਨੇ ਜਿਨ੍ਹਾਂ ਨੇ ਆਪਣੀ ਸਟੇਟ ਵਿੱਚ ਇਹ ਆਵਾਜ਼ ਉਠਾਈ ਹੋਵੇ ਕਿ ਕੋਵਿਡ ਦੇ ਰਿਸਰਚ ਦੇ ਵਿੱਚ ਇਨਵੋਲਵਡ ਸਾਇੰਟਿਸਟ ਨੂੰ ਫੰਡ ਕਰੋ। ਸਾਨੂੰ ਸਟਾਰਟਅਪਸ ਲਈ ਇਨਕਿਊਬੇਸ਼ਨ ਦੀ ਲੋੜ ਹੈ। ਉਹ ਇਨੋਵੇਟਰਸ ਨੇ ਜਿਹੜੇ ਅਮਰੀਕਾ ਜਾ ਕੇ ਪੇਟੈਂਟਸ ਫਾਈਲ ਕਰਦੇ, ਉਹਨਾਂ ਲਈ ਇੱਕ ਮਾਹੌਲ ਬਣਾਉਣ ਦੀ ਲੋੜ ਹੈ ਕਿ ਤੁਸੀਂ ਇੰਡੀਆ ਦੇ ਵਿੱਚ ਉਹ ਮਾਹੌਲ ਦੇ ਵਿੱਚ ਕੰਮ ਕਰੋ, ਇੰਡੀਆ ਨੂੰ ਅੱਗੇ ਲੈ ਕੇ ਜਾਓ। ਇੰਡੀਆ ਤੇ ਇੱਕ ਸੋਚ ਹੈ। ਇੰਡੀਆ ਦੇ ਨਾਂ ਚਾਹੇ ਬਦਲੇ ਗਏ, ਭਾਰਤ ਹੋਇਆ, ਹਿੰਦੁਸਤਾਨ ਹੋਇਆ, ਇੰਡੀਆ ਹੋਇਆ, ਪਰ ਇੱਕ ਕਲਚਰਲ ਰਿਲਮ ਹੈ। ਅੱਜ ਪਾਕਿਸਤਾਨ 'ਚ ਵੀ ਬੈਠਾ ਬੰਦਾ ਉਹ ਵੀ ਆਪਣੀ ਰੂਟਸ ਇੰਡੀਆ ਵਿੱਚ ਲੱਭਦਾ ਹੈ। ਯੂ ਨੋ ਦੈਟ ਜਿੰਨਾ ਵਾਜ਼ ਨਾਟ ਨੈਵਰ ਬੀਨ ਟੂ ਪਾਕਿਸਤਾਨ। ਉੱਥੇ ਆਪਾਂ ਵੰਡ ਦੀ ਗੱਲਾਂ ਕਰ ਲਈਏ, ਉਸ ਤੋਂ ਬਾਅਦ ਦੀ ਗੱਲਾਂ ਕਰ ਲਈਏ, ਅੱਜ ਸਾਨੂੰ 73 ਸਾਲ ਹੋ ਚੁੱਕੇ ਨੇ। ਜੇ ਅੱਜ ਵੀ ਅਸੀਂ ਉਹਨਾਂ ਗੱਲਾਂ 'ਚ ਹੀ ਫਸੇ ਰਵਾਂਗੇ ਵੀ ਮੇਰਾ ਰਿਲੀਜਨ ਅੱਛਾ, ਮੇਰੀ ਕਾਸਟ ਅੱਛੀ, ਯਾਰ ਤੁਸੀਂ ਜੇ ਇਹਨਾਂ ਗੱਲਾਂ ਤੋਂ ਨਹੀਂ ਨਿਕਲ ਸਕਦੇ ਤੇ ਤੁਸੀਂ ਤੇ ਡੈਫੀਨੇਟਲੀ ਪਿੱਛੇ ਜਾਓਗੇ। ਤੁਸੀਂ ਤੇ ਉਹ ਗੱਲਾਂ ਕਰ ਰਹੇ ਹੋ ਜਿਹੜੀ ਅੱਜ ਤੋਂ 1000 ਸਾਲ ਪਹਿਲਾਂ ਦੀ ਗੱਲਾਂ ਕੀਤੀਆਂ ਜਾਂਦੀਆਂ ਸੀ। ਯੂ ਆਰ ਟੇਕਿੰਗ ਪ੍ਰਾਈਡ। ਤੁਸੀਂ ਉਹਨਾਂ ਗੱਲਾਂ 'ਚ ਸ਼ਾਨ ਲੈ ਰਹੇ ਹੋ, ਤੁਸੀਂ ਇਹਨਾਂ ਗੱਲਾਂ 'ਚ ਸ਼ਾਨ ਨਹੀਂ ਲੈ ਰਹੇ ਕਿ ਅੱਜ ਮੈਂ ਕਰੋਨਾ ਦੀ ਵੈਕਸੀਨ ਤਿਆਰ ਕਰਤੀ, ਅੱਜ ਮੈਂ ਐਸੀ ਜਿਹੜੀ ਏਡਸ ਦੀ ਵੈਕਸੀਨ ਤਿਆਰ ਕਰ ਲਈ ਹੈ, ਅੱਜ ਮੈਂ ਐਸੀ ਕਮਿਊਨੀਕੇਸ਼ਨ ਫੈਸਿਲਿਟੀਜ਼ ਤਿਆਰ ਕਰ ਦਿੱਤੀਆਂ, ਅੱਜ ਮੈਂ ਐਸੀ ਇੱਕ ਟੈਕਨੋਲੋਜੀ ਇੰਟਰੋਡਿਊਸ ਕੀਤੀ। ਇਸ ਦਾ ਮਾਹੌਲ ਤੁਸੀਂ ਬਣਾ ਹੀ ਨਹੀਂ ਪਾਓਗੇ ਜੇ ਐਸੀਆਂ ਗੱਲਾਂ ਕਰਦੇ ਰਹੋਗੇ। ਸਮਰਾਟ ਜੀ, ਜਿਹੜੇ ਕੱਟੜਵਾਦੀ ਅੱਜ ਬਣੀ ਬੈਠੇ ਹੈ, ਕਦੀ ਕਿਤੋਂ ਕਿਸੇ ਚੈਨਲ ਤੋਂ ਬੋਲਣਗੇ, ਕਦੀ ਕਿਤੋਂ ਬੋਲਣਗੇ, ਮੈਂ ਕਿਸੇ ਇੱਕ ਧਰਮ ਦਾ ਨਾਮ ਨਹੀਂ ਲਵਾਂਗਾ, ਸਾਰਿਆਂ ਦਾ ਇਹੋ ਹੀ ਹਾਲ ਹੈ। ਉਹਨਾਂ ਨੂੰ ਕੀ ਲੱਗਦਾ ਹੈ ਕਿ ਅੱਜ ਉਹ ਇਹ ਚੀਜ਼ ਫੈਲਾ ਕੇ ਜਾਂ ਨਫ਼ਰਤ ਫੈਲਾ ਕੇ ਆਪਣੇ ਬੱਚਿਆਂ ਵਾਸਤੇ ਕਿਹੜੀ ਚੀਜ਼ ਉਹ ਖੜੀ ਕਰ ਰਿਹਾ? ਜੇ ਗੱਲ ਇੰਡੀਆ ਦੀ ਕਰੀਏ ਤੇ ਦੇਖੋ ਜੀ, ਐਸੇ ਲੋਕਾਂ ਬਾਰੇ ਗੱਲ ਕਰਨਾ ਵੀ ਟਾਈਮ ਵੇਸਟ ਹੈ। ਇਹਨਾਂ ਦੀ ਮੈਂ ਫਿਰ ਤੁਹਾਨੂੰ ਉਹੀ ਕਹਾਂਗਾ ਕਿ ਇਟਸ ਬੈਟਰ ਯੂ ਟਾਕ ਟੂ ਦੈਮ, ਉਹਨਾਂ ਬਾਰੇ ਗੱਲ ਕਰੋ, ਕਿਉਂਕਿ ਉਹਨਾਂ ਦਾ ਧੰਦਾ ਹੀ ਇਹਨਾਂ ਚੀਜ਼ਾਂ ਤੇ ਚੱਲਦਾ ਹੈ। ਇੱਕ ਜਿਹੜਾ ਵੀਕ ਮਾਈਂਡਡ ਬੰਦਾ ਹੈ ਉਹ ਐਸੀਆਂ ਗੱਲਾਂ ਕਰੇਗਾ, ਭਾਵਨਾਵਾਂ ਨੂੰ ਭੜਕਾਏਗਾ, ਤੇ ਸਮਝਦਾਰੀ ਇਹਦੇ ਵਿੱਚ ਹੈ ਕਿ ਐਸੇ ਲੋਕਾਂ ਨੂੰ ਅਵੋਇਡ ਹੀ ਕਰੀਏ। ਇਹ ਲੋਕ ਐਸਾ ਮਾਹੌਲ ਜਿਹੜਾ ਕ੍ਰੀਏਟ ਕਰ ਰਹੇ ਨੇ, ਇਹ ਬਹੁਤ ਹੀ ਇੱਕ ਜਿਹਨੂੰ ਕਹੀਏ ਪੋਇਜ਼ਨਸ ਜਿਹਾ ਮਾਹੌਲ ਹੈ। ਇਨਸਾਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ, ਇਨਸਾਨ ਦੇ ਵਿੱਚ ਪ੍ਰੋਬਲਮਸ ਦਿਖਾਈਆਂ ਜਾਂਦੀਆਂ, ਪੇਂਟ ਕਰ ਦਿੱਤਾ ਜਾਂਦਾ ਹੈ। ਜਦੋਂ ਤੁਹਾਡੇ ਕਨਸਟੀਟਿਊਸ਼ਨ ਦੀ ਗੱਲਾਂ ਆਪਾਂ ਕਰਦੇ ਹਾਂ, ਫੋਲੋ ਦ ਕਨਸਟੀਟਿਊਸ਼ਨ, ਕਨਸਟੀਟਿਊਸ਼ਨ ਸੇਜ਼ ਕਿ ਸਾਇੰਟੀਫਿਕ ਟੈਂਪਰਾਮੈਂਟ ਡਿਵੈਲਪ ਕਰੋ। ਤੇ ਤੁਸੀਂ ਆਪਣੇ ਆਪ ਨੂੰ ਸਵਾਲ ਕਰੋ ਵੀ ਮੈਨੂੰ ਕੋਈ ਕੁਝ ਕਹਿ ਰਿਹਾ ਜਾਂ ਕਿਸੇ ਧਰਮ ਬਾਰੇ ਕੁਝ ਕਹਿ ਰਿਹਾ ਜਾਂ ਕੋਈ ਕਿਸੇ ਬਾਰੇ ਕਹਿ ਰਿਹਾ, ਤੇ ਮੇਰੀ ਇੱਕ ਸੈਲਫ ਡਿਸਕਵਰੀ, ਉਹਦੇ ਧਰਮ ਦੇ ਬਾਰੇ ਜਾਣਨਾ, ਸਹੀ ਸੋਰਸਿਸ ਤੋਂ ਜਾਣਨਾ, ਆਪਣੇ ਬ੍ਰੇਨ ਨੂੰ ਅਪਲਾਈ ਕਰਨਾ, ਤੇ ਅਲਟੀਮੇਟਲੀ ਇੱਕ ਕਾਮਨ ਗੋਲ ਜਿਹੜਾ ਕਿ ਸਾਰੀ ਸੁਸਾਇਟੀ ਨੂੰ ਬੈਨੀਫਿਟ ਕਰੇ, ਉਸ ਵੱਲ ਤੁਰਨਾ। ਨਾ ਕਿ ਐਸੇ ਲੋਕਾਂ ਨੂੰ ਸੁਣ ਕੇ ਇਹਨਾਂ ਨੂੰ ਪ੍ਰਮੋਟ ਕਰਕੇ ਤੇ ਇਹਨਾਂ ਮਗਰ ਲੱਗ ਕੇ ਇੱਕ ਹੇਟਰੇਟ ਦੀ ਫੀਲਿੰਗ ਐਂਡ ਸਾਰੇ ਜਿਹੜਾ ਆਪਣੀ ਤੁਸੀਂ ਕਹੋ ਕਿ ਸਮਾਜ ਦਾ ਜਿਹੜਾ ਪਿਆਰ ਹੈ, ਆਪਸੀ ਪਿਆਰ ਹੈ, ਉਹਨੂੰ ਖ਼ਤਮ ਕਰ ਬੈਠੀਏ। ਇਹਦੀ ਬਿਲਕੁਲ ਵੀ ਲੋੜ ਨਹੀਂ। ਤੁਸੀਂ ਗੱਲ ਕਰੋ ਬੈਟਰ ਬਿਜ਼ਨਸ ਲਾਜ਼ ਦੀ। ਤੁਸੀਂ ਇਹ ਪੁੱਛੋ ਕਿ ਬਈ ਸੀਮੈਂਟ ਦੇ ਉੱਤੇ 28% ਟੈਕਸ ਕਿਉਂ ਹੈ?
ਤੁਸੀਂ ਇਹ ਪੁੱਛੋ ਕਿ ਟਾਈਲਸ ਜਿਹੜੀ ਇੱਕ ਬੇਸਿਕ ਰਿਕੁਆਇਰਮੈਂਟ ਹੈ, ਇਹ ਘਰ ਦੇ ਵਿੱਚ ਲੱਗਣ ਵਾਲੇ ਇਕਵਿਪਮੈਂਟਸ ਨੇ, ਤੁਹਾਡੇ ਯੂਟੈਂਸਿਲਸ ਨੇ, ਕੁਝ ਐਸੀ ਆਈਟਮਸ ਨੇ, ਮਸਾਲੇ ਹੈ, ਇਹ ਐਸੀ ਆਈਟਮਸ ਨੇ, ਇਹ ਕਿਤੇ ਲਗਜ਼ਰੀ ਆਈਟਮਸ ਨਹੀਂ ਆਉਂਦੀਆਂ। ਇਹਨਾਂ ਤੇ ਆਪਾਂ ਸਵਾਲ ਕਰੀਏ। ਦਵਾਈਆਂ ਨੇ ਜਾਂ ਫਿਰ ਐਜੂਕੇਸ਼ਨ ਦਾ ਮੁੱਦਾ ਹੈ, ਮੈਡੀਕਲੀ ਜਿਸ ਤਰ੍ਹਾਂ ਮੈਂ ਦਵਾਈਆਂ ਦਾ ਕਿਹਾ, ਇਹ ਚੀਜ਼ਾਂ ਸਸਤੀਆਂ ਹੋਣੀਆਂ ਚਾਹੀਦੀਆਂ, ਇਹ ਚੀਜ਼ਾਂ ਤੇ ਟੈਕਸ ਜਿਹੜੇ ਘੱਟ ਹੋਣੇ ਚਾਹੀਦੇ ਆ। ਸਹੀ ਗੱਲ ਹੈ ਤੁਹਾਡੀ, ਪਰ ਕਿਤੇ ਨਾ ਕਿਤੇ ਇਹ ਜਿਹੜੇ ਲੋਕ ਇਸ ਤਰ੍ਹਾਂ ਦਾ ਜਿਹੜਾ ਜ਼ਹਿਰ ਫੈਲਾ ਰਹੇ ਸਮਾਜ ਦੇ ਵਿੱਚ, ਸਾਡੇ ਯੂਥ ਦੇ ਵਿੱਚ, ਅਸੀਂ ਸਾਡੇ ਲੋਕਾਂ ਨੇ 84 ਦਾ ਟਾਈਮ ਵੀ ਦੇਖਿਆ, ਅੱਤਵਾਦ ਵੀ ਦੇਖਿਆ, ਨਕਸਲਾਈਟਸ ਏਰੀਆ ਦੇ ਵਿੱਚ ਉਹਨਾਂ ਨੇ ਉਹ ਮਾਈਨਸ ਦੇ ਜਿਹੜੇ ਆ ਵਿਛਾਈਆਂ ਹੁੰਦੀਆਂ, ਉਹਨਾਂ ਨਾਲ ਜਿਹੜੇ ਨੁਕਸਾਨ ਹੁੰਦੇ ਆ ਆਮ ਆਦਮੀ ਦੇ, ਉਹ ਵੀ ਸਾਰਿਆਂ ਨੇ ਦੇਖਿਆ। ਤੁਸੀਂ ਫੌਜ 'ਚ ਰਹੇ ਹੋ, ਤੁਸੀਂ ਜ਼ਿਆਦਾ ਵਧੀਆ ਇਹਨਾਂ ਚੀਜ਼ਾਂ ਨੂੰ ਜਾਣਦੇ ਹੋ। ਦੁਬਾਰਾ ਉਸੇ ਐਸੇ ਹਾਲਾਤ ਪੈਦਾ ਕਰਕੇ ਕੀ ਲੱਭਣਾ ਚਾਹੁੰਦੇ ਨੇ ਇਹ ਲੋਕ? ਕਿਸ ਚੀਜ਼ ਦੀ ਮਤਲਬ ਆਪਣੇ ਆਪ ਨੂੰ ਕੀ ਸੋਚ ਰਹੇ ਕਿ ਕੀ ਮਿਲੇਗਾ ਇਹਨਾਂ ਨੂੰ ਇਹ ਸਭ ਕਰਵਾ ਕੇ? ਦੇਖੋ, ਅਗੇਨ ਆਈ ਐਮਫਸਾਈਜ਼, ਮੈਂ ਤੇ ਫੋਰਸਿਸ ਦਾ ਬੰਦਾ ਹੈ ਜੀ। ਮੇਰਾ ਤੇ ਇੱਕੋ ਹੀ ਰਿਲੀਜਨ ਨਹੀਂ, ਇੱਕੋ ਹੀ ਰਿਲੀਜਨ ਹੈ, ਇੰਡੀਅਨ ਇਜ਼ ਮਾਈ ਰਿਲੀਜਨ ਐਂਡ ਓਨਲੀ ਆਈਡੈਂਟੀਟੀ ਜੀ। ਇਹ ਜਿਹੜੇ ਮਾਹੌਲ ਇਸ ਤਰ੍ਹਾਂ ਦੇ ਬਣਾਏ ਜਾਂਦੇ ਨੇ, ਅਸੀਂ ਕਸ਼ਮੀਰ 'ਚ ਵੀ ਵੇਖਿਆ ਹੈ, ਅਸੀਂ ਹੁਣ ਪੰਜਾਬ 'ਚ ਵੀ ਐਸੀ ਕੋਸ਼ਿਸ਼ਾਂ ਵੇਖ ਰਹੇ ਹਾਂ। ਦੇਰ ਆਰ ਇੰਟਰਨੈਸ਼ਨਲ ਫੋਰਸਿਸ, ਉਹ ਚਾਹੁੰਦੇ ਹੀ ਨਹੀਂ ਕਿ ਇੰਡੀਆ, ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਹੈ ਕਿ ਜਦੋਂ ਵੀ ਮੈਂ ਕਿਸੇ ਕੰਟਰੀ 'ਚ ਵਿਜ਼ਿਟ ਕੀਤਾ, ਇੰਡੀਆ ਇਜ਼ ਅ ਫਾਰਮੀਡੇਬਲ ਪਾਵਰ। ਸਾਡੇ ਜਵਾਨ, ਸਾਡਾ ਜਿਹੜਾ ਯੂਥ ਹੈ, ਅਸੀਂ ਵਰਲਡ ਦੇ ਵਿੱਚ ਉਹ ਕੰਟਰੀ ਹੈ ਜਿੱਥੇ ਵੀ ਆਰ ਦ ਲਾਰਜੈਸਟ ਨੰਬਰ ਆਫ ਯੂਥ। ਚਾਈਨਾ 'ਚ ਤਾਂ 1 ਚਾਈਲਡ 1 ਪਾਲਿਸੀ ਹੋ ਗਈ, ਉਹਨਾਂ ਦੇ ਤਾਂ ਬੱਚੇ, ਉਹਨਾਂ ਦੀ ਪਾਪੂਲੇਸ਼ਨ ਏਜਿੰਗ ਪਾਪੂਲੇਸ਼ਨ ਹੈ। ਕਈ ਕੰਟਰੀਜ਼ ਐਸੇ ਨੇ ਜਿਨ੍ਹਾਂ ਦੀ ਪਾਪੂਲੇਸ਼ਨ ਤੇ ਦੇ ਆਰ ਆਲ ਓਵਰ ਇਨ ਕੈਨੇਬੀਜ਼, ਨਸ਼ੇ ਕਰ ਰਹੀ ਹੈ। ਅਫਗਾਨਿਸਤਾਨ ਦੀ ਪਾਪੂਲੇਸ਼ਨ, ਉਹ ਰਿਕਰੂਟਮੈਂਟ ਕਿੱਥੇ, ISIS ਦੇ ਵਿੱਚ ਰਿਕਰੂਟ ਹੋ ਰਹੀ ਹੈ, ਤਾਲਿਬਾਨ 'ਚ ਰਿਕਰੂਟ ਹੋ ਰਹੀ ਹੈ। ਤੁਹਾਡਾ ਇੱਕ ਐਸਾ ਕੰਟਰੀ ਹੈ ਜਿਹਦੇ ਵਿੱਚ ਤੁਹਾਡੇ ਯੂਥ 'ਚ ਇੰਨੀ ਕੁ ਜ਼ਬਰਦਸਤ ਪੋਟੈਂਸ਼ੀਅਲ ਹੈ। ਇਹਨਾਂ ਕੰਟਰੀਜ਼ ਨੇ ਜਿਹੜੇ ਸਾਡੇ ਆਲੇ ਦੁਆਲੇ ਦੇ ਕੰਟਰੀਜ਼ ਨੇ ਜਾਂ ਹੋਰ ਡਿਵੈਲਪਡ ਕੰਟਰੀਜ਼ ਜਿਹੜੇ ਸਾਡੇ ਤੋਂ ਬਹੁਤ ਦੂਰ ਨੇ, ਉਹਨਾਂ ਨੇ ਕੁਝ ਨਹੀਂ ਕੀਤਾ। ਉਹਨਾਂ ਨੇ ਸਿਰਫ ਆਪਣੇ ਕੰਟਰੀਜ਼ 'ਚ ਅੱਛੇ ਮਾਹੌਲ ਬਣਾਏ। ਟੇਕ ਐਗਜ਼ਾਮਪਲ ਆਫ ਕੈਨੇਡਾ, ਟੇਕ ਐਗਜ਼ਾਮਪਲ ਆਫ ਆਸਟ੍ਰੇਲੀਆ। ਉਹਨਾਂ ਨੇ ਯੂਨੀਵਰਸਿਟੀਜ਼ ਅੱਛੀ ਬਣਾਈਆਂ। ਉਹ ਕਹਿੰਦੇ ਵੀ ਆਓ ਇੱਥੇ ਪੜ੍ਹੋ। ਵਾਈ ਸੁੰਦਰ ਪਿਚਈ ਜਾ ਕੇ ਗੂਗਲ ਦਾ CEO ਲੱਗ ਰਿਹਾ, ਕਿਉਂ ਗੂਗਲ ਇੰਡੀਆ 'ਚ ਨਹੀਂ ਬਣ ਰਹੀ? ਇਹ ਜਿਹੜਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਹੈ, ਇੱਕ ਕੰਟਰੀ ਦੇ ਯੂਥ ਨੂੰ ਤੁਸੀਂ ਜਦੋਂ ਵੀਕ ਕਰਕੇ ਉਹਨਾਂ ਦੇ ਇਕਨੋਮਿਕ ਇੰਟਰਸਟ ਨੂੰ ਸਰਵ ਕਰਦੇ ਹੋ। ਸਾਨੂੰ ਅੱਜ ਐਜੂਕੇਸ਼ਨ ਰਿਫਾਰਮਸ ਦੀ ਲੋੜ ਹੈ। ਅੱਜ ਮੈਂ ਇਜ਼ਰਾਈਲ ਜਦੋਂ ਜਾਣਾ, ਆਈ ਐਮ ਅਮੇਜ਼ਡ ਟੂ ਸੀ ਕਿ ਛੋਟੀ ਚੀਜ਼ਾਂ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਤੇ ਇਨੋਵੇਸ਼ਨਸ ਹੋ ਰਹੀਆਂ। ਤੇ ਉਹਨਾਂ ਨੂੰ ਕੌਣ ਮੋਟੀਵੇਟ ਕਰ ਰਿਹਾ ਹੁੰਦਾ? ਕਦੀ ਗੱਲ ਕਰਕੇ ਵੇਖੋ, ਉਹ ਕਦੀ ਇੰਡੀਆ ਆ ਰਹੇ ਹੁੰਦੇ ਆ, ਇੰਡੀਅਨਸ ਉਹਨਾਂ ਨੂੰ ਆਈਡੀਆਜ਼ ਦੇ ਰਹੇ ਹੁੰਦੇ, ਆਪਣੇ ਕੰਟਰੀਜ਼ 'ਚ ਜਾ ਕੇ ਉਹ ਇਨਵੈਂਸ਼ਨਸ ਕਰਦੇ, ਪੇਟੈਂਟਸ ਫਾਈਲ ਕਰ ਦਿੰਦੇ ਨੇ। ਤੇ ਸਾਡੇ ਇੱਥੇ ਦਾ ਮਾਹੌਲ ਹੀ ਹੈ ਨਹੀਂ, ਅਸੀਂ ਫੇਰ ਜ਼ੀਰੋ। ਐਟ ਦ ਐਂਡ ਆਫ ਦ ਡੇ ਵਟ ਇਜ਼ ਹੈਪਨਿੰਗ ਟੂ ਆਰ ਯੂਥ ਇਜ਼, ਇਹਨਾਂ ਚੀਜ਼ਾਂ ਦਾ ਇਨਫਲੂਐਂਸ ਕਰਕੇ, ਸੋਸ਼ਲ ਮੀਡੀਆ ਦਾ ਯੂਜ਼ ਕਰਕੇ ਸਾਡੇ ਯੂਥ ਨੂੰ ਡਾਇਰੈਕਸ਼ਨਲੈਸ ਕਰ ਦਿੱਤਾ ਜਾਂਦਾ ਹੈ। ਅੱਜ ਤੁਸੀਂ ਸੁਭਾਸ਼ ਚੰਦਰ ਬੋਸ ਦੀ ਗੱਲਾਂ ਕਰਦੇ ਨਹੀਂ ਦੇਖੋਗੇ, ਭਗਤ ਸਿੰਘ ਦੀ ਵੈਲਿਊ ਸੀਗੀਆਂ। ਇਹਨਾਂ ਲੋਕਾਂ ਨੂੰ ਮੇਰਾ ਇੱਕ ਮੈਸੇਜ ਜਾਂਦਾ ਹੈ ਕਿ ਤੁਸੀਂ ਯਾਰ ਪਲੀਜ਼ ਡੋਂਟ ਯੂਜ਼ ਨੇਮ ਆਫ ਭਗਤ ਸਿੰਘ। ਭਗਤ ਸਿੰਘ ਇੱਕ ਸੈਲਫਲੈਸ ਸੋਚ ਸੀ, ਇੱਕ ਕੰਟਰੀ ਦੀ ਇੱਕ ਸੋਚ ਸੀਗੀ। ਉਹ ਇੱਕ ਹੀ ਵਾਜ਼ ਅ ਥਾਟ, ਇੱਕ ਕੰਟਰੀ ਨੂੰ ਕਿੱਦਾਂ ਅੱਗੇ ਸਾਰਿਆਂ ਨੂੰ ਲੈ ਕੇ ਚੱਲਣਾ। ਭਗਤ ਸਿੰਘ ਵਾਜ਼ ਦੈਟ ਥਿੰਗ, ਵਾਜ਼ ਦੈਟ ਆਈਡੈਂਟੀਟੀ। ਉਹ ਇੱਕ ਸੋਚ ਸੀ। ਭਗਤ ਸਿੰਘ ਵਾਜ਼ ਅ ਥਿੰਕਿੰਗ। ਤੁਸੀਂ ਜਿਹੜੀ ਅੱਜ ਗੱਲਾਂ ਕਰਦੇ ਹੋ, ਤੁਸੀਂ ਤੇ ਆਪਣੇ ਸੈਲਫ ਇੰਟਰਸਟ ਨਾਲ ਗਾਈਡਡ ਹੋ। ਤੁਹਾਡੇ ਤੁਸੀਂ ਭਗਤ ਸਿੰਘ ਦਾ ਨਾਮ ਲਿਆ, ਅੱਜ ਭਗਤ ਸਿੰਘ ਸਿਰਫ ਗੱਡੀਆਂ ਦੇ ਪਿੱਛੇ ਰਹਿ ਗਿਆ ਸਟicker ਦੇ ਰੂਪ ਦੇ ਵਿੱਚ, ਜਾਂ ਫਿਰ ਕੋਈ ਰੈਲੀ ਹੈ ਤੇ ਉਹ ਬੈਨਰਸ ਦੇ ਵਿੱਚ ਉਹਦੀ ਫੋਟੋ ਹੋਏਗੀ ਔਰ ਉਹਨਾਂ ਦੇ ਉਹ ਲਿਖੇ ਸਲੋਗਨਸ ਲਿਖੇ ਹੋਣਗੇ, ਬਸ ਇੱਥੋਂ ਤੱਕ ਹੀ ਰਹਿ ਗਏ ਨੇ। ਕਿਉਂਕਿ ਅਸਲੀ ਭਗਤ ਸਿੰਘ ਕੀ ਸੀਗਾ ਸ਼ਾਇਦ ਯੂਥ ਨੂੰ ਅੱਜ ਪਤਾ ਵੀ ਨਹੀਂ ਹੋਏਗਾ। ਤੇ ਅੱਜ ਉਹਦੀ ਆਤਮਾ ਵੀ ਸਾਡੇ ਆਲੇ ਦੁਆਲੇ ਹੋਏਗੀ ਨਾ, ਤੇ ਉਹ ਵੀ ਪਰੇਸ਼ਾਨ ਹੁੰਦੀ ਹੋਏਗੀ ਕਿ ਇਹੋ ਜਿਹਾ ਮੁਲਕ ਤੇ ਮੈਂ ਐਕਸਪੈਕਟ ਹੀ ਨਹੀਂ ਸੀ ਕੀਤਾ। ਇਹਨਾਂ ਵਾਸਤੇ ਮੈਂ ਲੜਿਆ, ਕੁਰਬਾਨੀ ਦਿੱਤੀ। ਇੱਕ ਆਈਡਲ ਜਿਹਨੂੰ ਸਮਝਣਾ ਚਾਹੀਦਾ ਸੀ ਸਾਡਾ ਯੂਥ ਕਿਸੇ ਹੋਰ ਹੀ ਡਾਇਰੈਕਸ਼ਨ 'ਚ ਚੱਲਿਆ ਹੋਇਆ। ਜੇ ਅੱਜ ਇਹੀ ਸੋਚ ਚੱਲਦੀ ਰਹੇ, ਮੈਂ ਤਾਂ ਪੁੱਛਣਾ ਚਾਹੁੰਦਾ ਵੀ ਯਾਰ ਓਕੇ, ਇਫ ਯੂ ਵਾਂਟ ਸਮਥਿੰਗ, ਤੁਹਾਡੀ ਡਿਮਾਂਡਸ ਨੇ, ਤੁਸੀਂ ਸੈਟੀਸਫਾਈ ਕਰੋ, ਪਾਪੂਲੇਸ਼ਨ ਤੁਹਾਨੂੰ ਐਗਰੀ ਕਰੇਗੀ, ਗਵਰਨੈਂਸ ਮਾਡਲ ਦਿਓ। ਕਿਤੇ ਉਹੀ ਤਾਂ ਨਹੀਂ ਸ਼ੁਰੂ ਹੋ ਜਾਏਗਾ ਕਿ ਐਵਰੀਵੇਅਰ ਬਿਜ਼ਨਸਿਸ, ਤੁਸੀਂ ਵੀ ਕੋਈ ਇਨਵੈਸਟਮੈਂਟਸ ਕੀਤੀਆਂ ਹੋਣਗੀਆਂ, ਤੁਸੀਂ ਵੀ ਘਰ ਬਣਾਇਆ ਹੋਏਗਾ। ਆਮ ਬੰਦਾ ਤੇ ਆਪਣੇ ਬੱਚੇ ਦੇ ਫਿਊਚਰ ਨੂੰ ਲੈ ਕੇ ਪਰੇਸ਼ਾਨ ਹੈ, ਆਪਣੀ ਬਿਮਾਰੀਆਂ ਨੂੰ ਲੈ ਕੇ ਪਰੇਸ਼ਾਨ ਹੈ, ਆਪਣੀ ਗਰੀਬੀ ਤੋਂ ਪਰੇਸ਼ਾਨ ਹੈ। ਵਟ ਹੀ ਹੈਜ਼ ਟੂ ਡੂ ਵਿਦ ਆਲ ਥੀਸ ਥਿੰਗਸ ਕਿ ਮੇਰੇ ਉਸਨੇ ਇਹ ਕਹਿਤਾ, ਮੇਰੇ ਪੀਰ ਨੇ ਕਹਿਤਾ, ਮੇਰੇ ਭਗਵਾਨ ਨੇ ਕਹਿਤਾ, ਮੇਰੇ ਗੁਰੂ ਨੇ ਕਹਿ ਦਿੱਤਾ। ਨੋ, ਅੱਜ ਦੇ ਯੂਥ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ 1500 ਸਾਲ ਪਹਿਲਾਂ, 15000 ਸਾਲ ਪਹਿਲਾਂ, 10000 ਸਾਲ ਪਹਿਲਾਂ ਕੀ ਹੋਇਆ, ਵੀ ਆਰ ਨਾਟ ਐਟ ਆਲ ਕੰਸਰਨਡ।
ਅੱਜ ਕਿੱਥੇ ਅਸੀਂ ਇੰਡੀਆ ਨੂੰ ਲੈ ਕੇ ਜਾਣਾ ਤੇ ਆਉਣ ਵਾਲੀ ਪੀੜ੍ਹੀ ਨੂੰ ਕੈਸਾ ਇੰਡੀਆ Yes. ਦੇਣਾ ਹੈ। ਉਹ ਸੋਚ ਤੇ ਆਪਾਂ ਆਈਏ। ਆਪਾਂ ਦੇਖੀਏ ਜੇ ਠੀਕ ਹੈ ਅਸੀਂ ਕਹਿੰਦੇ ਕਿ ਵੀ ਆਰ ਗਾਈਡਡ-ਲੈਸ, ਵੀ ਆਰ ਡਾਇਰੈਕਸ਼ਨਲੈਸ, ਲੈਟਸ ਟੇਕ ਅ ਮਾਡਲ ਆਫ ਇਜ਼ਰਾਈਲ। ਇੱਕ ਛੋਟਾ ਜਿਹਾ ਕੰਟਰੀ, ਐਵਰੀਬਡੀ ਨੋਜ਼, ਉਹਨਾਂ ਕੋਲ ਇੱਕ ਸੋਚ ਹੈ। ਉਹ ਸੋਚ ਦੀ ਲੋੜ ਅੱਜ ਇੰਡੀਆ ਨੂੰ ਵੀ ਹੈ। ਸਮਰਾਟ ਜੀ, ਆਖਰੀ ਸਵਾਲ ਹੈ ਮੇਰਾ, ਕਿਉਂਕਿ ਤੁਸੀਂ ਵੀ ਪਠਾਨਕੋਟ ਨੂੰ ਬਿਲੋਂਗ ਕਰਦੇ ਹੋ, ਮੈਂ ਵੀ ਪਠਾਨਕੋਟ ਨੂੰ ਬਿਲੋਂਗ ਕਰਨਾ ਹੈ। ਅੱਜ ਦਾ ਪਠਾਨਕੋਟ ਦਾ ਜਿਹੜਾ ਯੂਥ ਹੈ ਉਹ ਕਿੱਧਰ ਨੂੰ ਜਾ ਰਿਹਾ ਔਰ ਕਿੱਧਰ ਨੂੰ ਲਿਜਾਣ ਦੀ ਲੋੜ ਹੈ? ਦੇਖੋ, ਮੈਂ ਅੱਜ ਤੁਹਾਡੇ ਮਾਧਿਅਮ ਤੋਂ ਮੈਂ ਅੱਜ ਇੱਕ ਡਿਮਾਂਡ ਰੱਖਣ ਜਾ ਰਿਹਾ ਐਂਡ ਦਿਸ ਸ਼ੁੱਡ ਰੈਜ਼ੋਨੇਟ। ਇਹ ਸਾਰੇ ਪੰਜਾਬ ਨੂੰ ਇਹਨੂੰ ਐਗਰੀ ਕਰਨਾ ਚਾਹੀਦਾ, ਖਾਸ ਕਰ ਸਾਡੀ ਪੰਜਾਬ ਗਵਰਨਮੈਂਟ ਦੀ, ਸੂਬਾ ਸਰਕਾਰ ਨੂੰ। ਐਂਡ ਮੈਂ 2-3 ਵਾਰੀ ਲਿਖ ਵੀ ਚੁੱਕਾ ਇਸ ਬਾਰੇ। ਅੱਜ ਪਠਾਨਕੋਟ ਨੂੰ what is required for us is a defense academy। ਸਾਡਾ ਜਿਹੜਾ ਯੂਥ ਹੈ, ਫਿਟ ਯੂਥ ਹੈ ਪਠਾਨਕੋਟ ਦਾ, ਇੱਕ ਤੁਸੀਂ ਕਹੋ ਕਿ ਜਿਹੜੀ ਇਸ ਬੈਲਟ ਦੀ ਜਿਹੜੀ ਹਾਊਸ ਹੋਲਡ ਜੌਬ ਹੈ, ਫਸਟ ਪ੍ਰੈਫਰੈਂਸ ਜਿਹੜੀ ਹੈ ਨਾ, ਫੋਰਸਿਸ ਹੈ। So we need a academy, we need a defense academy, we need a training center in this area। Yes, ਸਾਰੀ ਸਾਡੀ ਪ੍ਰਸ਼ਾਸਨ ਨੂੰ ਇਸ ਪੁਆਇੰਟ ਨੂੰ ਲੈਣਾ ਚਾਹੀਦਾ ਹੈ ਐਂਡ ਇਮੀਡੀਏਟਲੀ ਇਹਨੂੰ ਇੰਪਲੀਮੈਂਟ ਕਰਨਾ ਚਾਹੀਦਾ। ਸੈਕੰਡਲੀ, ਜੇ ਰਿਸੋਰਸਿਸ ਦੀ ਗੱਲ ਕਰੀਏ, ਦੇਖੀਏ ਐਵਰੀਥਿੰਗ ਹੈਜ਼ ਅ ਰਿਸੋਰਸ ਬੇਸ। ਹਰ ਇੱਕ ਚੀਜ਼ ਦੀ ਐਜੂਕੇਸ਼ਨ ਮਾਡਲ ਹੈ। ਹੁਣ ਤੁਸੀਂ ਸਿਰਫ ਕਹੋਗੇ ਜੀ ਅਸੀਂ ਬੀਟੈਕਸ ਐਂਡ ਇੰਜੀਨੀਅਰਸ ਪੈਦਾ ਕਰ ਲਏ, ਅਸੀਂ ਫॉर ਨਰਸਿਸ ਪੈਦਾ ਕਰ ਲਈਆਂ। ਤੁਸੀਂ ਨਵੇਂ ਪ੍ਰੋਫੈਸ਼ਨਸ ਜਿਹੜੇ ਐਗਜ਼ਿਸਟ ਹੀ ਨਹੀਂ ਸੀ ਕਰਦੇ, ਅੱਜ ਦੀ ਡੇਟ ਵਿੱਚ ਜਿਹੜੇ ਪ੍ਰੋਫੈਸ਼ਨਸ ਐਗਜ਼ਿਸਟ ਕਰਦੇ ਨੇ। ਮੈਨੂੰ ਇੱਕ ਛੋਟਾ ਜਿਹਾ ਮੇਰੇ ਦਿਮਾਗ 'ਚ ਮੇਰੇ ਜ਼ਿਹਨ 'ਚ ਸਵਾਲ ਆਉਂਦਾ ਕਿ ਪਠਾਨਕੋਟ 'ਚ ਕੋਈ ਐਸਾ ਬੱਚਾ ਨਹੀਂ ਹੋ ਸਕਦਾ ਜਿਹੜਾ ਡਰੋਨ ਬਣਾ ਦੇ? ਕਿ ਡਰੋਨ ਤੁਸੀਂ ਪੇਟੈਂਟ ਉਹਦੇ ਫਾਈਲ ਨਹੀਂ ਕਰ ਸਕਦੇ? ਵਾਈ ਯੂ ਨੀਡ ਟੂ ਗੋ ਟੂ ਦਿੱਲੀ, ਵਾਈ ਯੂ ਨੀਡ ਟੂ ਗੋ ਟੂ ਬੈਂਗਲੋਰ? ਬੱਚਿਆਂ ਨੂੰ ਵੀ ਡਿਮਾਂਡ ਕਰਨੀ ਚਾਹੀਦੀ ਹੈ। ਮੈਂ ਕਹਿੰਦਾ ਸਾਡੇ ਯੂਥ ਨੂੰ ਅਸਰਟ ਕਰਨਾ ਚਾਹੀਦਾ ਹੈ ਕਿ ਯੈਸ, ਦਿਸ ਇਜ਼ ਮਾਈ ਇੰਟਰਸਟ, ਯੂ ਹੈਵ ਟੂ ਕਮ ਅਪ ਵਿਦ ਸੱਚ ਆਈਡੀਓਲੋਜੀਜ਼, ਆਈਡੀਆਜ਼। ਤੁਸੀਂ ਡਿਫੈਂਸ ਅਕੈਡਮੀ ਦੀ ਮੇਰੀ ਜਿਹੜੀ ਰਿਕੁਆਇਰਮੈਂਟ ਹੈ, ਡਿਫੈਂਸ ਅਕੈਡਮੀ, ਟ੍ਰੇਨਿੰਗ ਇੰਸਟੀਟਿਊਟ, ਟ੍ਰੇਨਿੰਗ ਸੈਂਟਰਸ, ਸਾਡੇ ਏਰੀਆ ਦੇ ਵਿੱਚ ਪੰਜਾਬ ਦੇ ਬੱਚਿਆਂ ਲਈ ਇਹ ਬਹੁਤ, ਪੰਜਾਬ ਦੀ ਤਾਂ ਤੁਹਾਨੂੰ ਪਤਾ ਹੀ ਹੈ ਰਿਕੁਆਇਰਡ ਹੈ ਹੀ ਹੈ, ਪਰ ਪਠਾਨਕੋਟ ਦੇ ਲਈ ਇਹ ਬਹੁਤ ਵੱਡੀ ਇੱਕ ਰਿਕੁਆਇਰਮੈਂਟ ਹੈ। ਵੀ ਸ਼ੁੱਡ ਗੋ ਵਿਦ ਸਟੇਡੀਅਮਸ, ਵੀ ਸ਼ੁੱਡ ਗੋ ਵਿਦ ਸਪੋਰਟਸ ਫੈਸਿਲਿਟੀਜ਼। ਆਪਾਂ ਸਪੋਰਟਸਮੈਨ ਕਿਉਂ ਨਹੀਂ ਪੈਦਾ ਕਰ ਰਹੇ? ਕਿਉਂ ਓਲੰਪੀਅਨਸ ਪੈਦਾ ਨਹੀਂ ਕਰ ਰਹੇ? ਕਿਉਂ ਸੋਚ ਰਹੇ ਆਪਾਂ ਕਿ ਵੀ ਬੱਚਾ ਸਾਡਾ ਪੜ੍ਹੇਗਾ ਤੇ ਫਿਰ ਡਿਗਰੀ ਲਏਗਾ, 30 ਸਾਲ ਤੱਕ ਵੇਟ ਕਰੇਗਾ, ਫਿਰ ਬਾਹਰ ਚਲਾ ਜਾਏਗਾ ਜਾਂ ਆਪਣੀ ਦੁਕਾਨ ਤੇ ਬੈਠ ਜਾਏਗਾ। ਧੰਨਵਾਦ ਸਮਰਾਟ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਔਰ ਸਮੇਂ-ਸਮੇਂ ਤੇ ਅਸੀਂ ਤੁਹਾਡੀ ਗਾਈਡੈਂਸ ਜਿਹੜੀ ਹੈ ਉਹ ਲੋਕਾਂ ਨੂੰ ਦਵਾਉਂਦੇ ਰਵਾਂਗੇ, ਆਪੇ ਵੀ ਲੈਂਦੇ ਰਵਾਂਗੇ, ਕਿਉਂਕਿ ਪਠਾਨਕੋਟ ਵਾਸਤੇ ਸੁਭਾਗੇ ਦੀ ਗੱਲ ਹੈ ਕਿ IDF ਦੇ ਅਧਿਅਕਸ਼ ਔਰ ਬਹੁਤ ਸਾਰੀ ਫੋਰਸਿਸ ਤੋਂ ਆਫਿਸਰ ਰੈਂਕ ਤੇ ਰਿਟਾਇਰਡ ਹੋਏ ਸਮਰਾਟ ਖੋਸਲਾ ਜੀ ਪਠਾਨਕੋਟ ਦੇ ਵਿੱਚ ਨੇ ਔਰ ਪਠਾਨਕੋਟ ਦੀ ਯੂਥ ਨੂੰ ਗਾਈਡ ਕਰ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਆਖਰੀ ਵਿੱਚ ਇੱਕ ਮੈਸੇਜ ਦੇਣਾ ਚਾਹਾਂਗਾ, ਜਿਹੜਾ ਕਿ ਅਸੀਂ ਵਿੱਚ ਗੱਲ ਕਰ ਰਹੇ ਸੀ ਰੈਫਰੈਂਡਮ 2020 ਵਾਲੀ। ਦੇਖੋ, ਅਸੀਂ ਅੱਜ ਐਸੇ ਮੁਹਾਨੇ ਤੇ ਖੜੇ ਹਾਂ ਜਿੱਥੇ ਸਾਨੂੰ ਡਿਸਾਈਡ ਕਰਨਾ ਪੈਣਾ ਅਸੀਂ ਕਿਸ ਡਾਇਰੈਕਸ਼ਨ 'ਚ ਜਾਣਾ ਹੈ। ਤੁਹਾਡੀ ਚੋਇਸ ਹੈ ਕਿ ਤੁਸੀਂ ਕੈਂਸਰ ਰਿਸਰਚ ਇੰਸਟੀਟਿਊਟਸ ਚਾਹੁੰਦੇ ਹੋ, ਤੁਹਾਡੀ ਚੋਇਸ ਹੈ ਕਿ ਤੁਸੀਂ ਐਗਰੀਕਲਚਰ ਯੂਨੀਵਰਸਿਟੀਜ਼ ਚਾਹੁੰਦੇ ਹੋ, ਤੁਹਾਡੀ ਚੋਇਸ ਹੈ ਕਿ ਤੁਸੀਂ ਟੈਕਨੀਕਲ ਇੰਸਟੀਟਿਊਟਸ ਚਾਹੁੰਦੇ ਹੋ, ਤੁਹਾਡੀ ਚੋਇਸ ਹੈ ਕਿ ਤੁਸੀਂ ਇਨਕਿਊਬੇਸ਼ਨ ਸੈਂਟਰਸ ਚਾਹੁੰਦੇ ਹੋ ਜਿੱਥੇ ਤੁਸੀਂ ਸਟਾਰਟਅਪਸ ਸ਼ੁਰੂ ਕਰੋ, ਤੁਹਾਡੀ ਚੋਇਸ ਹੈ ਕਿ ਤੁਸੀਂ ਅੱਜ ਫਿਰ 50 ਸਾਲ ਪਿੱਛੇ ਜਾਣਾ ਚਾਹੁੰਦੇ ਹੋ। ਚੋਇਸ ਇਜ਼ ਯੋਰਸ। ਦਿਸ ਇਜ਼ ਮਾਈ ਮੈਸੇਜ ਕਿ ਡਿਸੀਜ਼ਨ ਲਓ, ਸਹੀ ਲਓ, ਤੇ ਅਸੀਂ ਪੰਜਾਬ ਨੂੰ ਜਿਹੜਾ ਕਿ ਪਰ ਕੈਪੀਟਾ ਇਨਕਮ ਵਿੱਚ ਵੀ ਨੰਬਰ 1 ਸੀ ਇੰਡੀਆ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਅਸੀਂ ਉਹਨੂੰ ਫਿਰ ਉਹ ਪੰਜਾਬੀਅਤ ਜਿਹੜੀ ਹੈ ਉਹਨੂੰ ਅਸੀਂ ਕਾਇਮ ਕਰੀਏ ਤੇ ਇੰਡੀਆ ਦੇ ਵਿੱਚ ਵੀ ਵੀ ਆਰ ਵੈਰੀ ਮਚ ਰਿਸਪੈਕਟਡ, ਸਾਰੇ ਲੋਕ ਸਾਡੀ ਰਿਸਪੈਕਟ ਕਰਦੇ ਨੇ, ਉਹਨੂੰ ਫਿਰ ਅਸੀਂ ਕਾਇਮ ਕਰੀਏ। ਧੰਨਵਾਦ ਜੀ। ਤੇ ਇਹ ਸਨ ਸਾਡੇ ਨਾਲ IDF ਦੇ ਅਧਿਅਕਸ਼ ਸਮਰਾਟ ਖੋਸਲਾ, ਜਿਨ੍ਹਾਂ ਦਾ ਕਹਿਣਾ ਹੈ ਕਿ ਧਰਮ ਦੀਆਂ ਗੱਲਾਂ ਨੂੰ ਲੈ ਕੇ ਜਾਂ ਅਲਗਾਵਾਦ ਦੀਆਂ ਗੱਲਾਂ ਨੂੰ ਲੈ ਕੇ ਅਸੀਂ ਆਪਸ 'ਚ ਨਾ ਲੜੀਏ। ਡਿਸੀਜਨ ਸਾਡਾ ਕਿ ਅਸੀਂ ਆਪਣੇ ਦੇਸ਼ ਨੂੰ ਤਰੱਕੀ ਦੇਣੀ ਹੈ ਜਾਂ ਫਿਰ ਆਪਣੇ ਬੱਚਿਆਂ ਨੂੰ ਲੜਾਈ ਦੇਣੀ ਹੈ। ਕੈਮਰਾਮੈਨ ਮੁਨੀਸ਼ ਦੇ ਨਾਲ ਸੰਜੀਵ ਮੰਗੋਤਰਾ, 7C ਨਿਊਜ਼, ਪਠਾਨਕੋਟ।